हेलो स्टूडेंट्स, अज आप करांगे टॉपिक नंबर 2.7.2 साइटोप्लाज्म। कल आप करिया सी टॉपिक्स सैल शेप्स, स्मॉलनेस ऑफ सैल, स्ट्रक्चर ऑफ सैल एंड सैल्स हाउ स्मॉल, सैल्स हाउ न्यूमरस, सैल मैम्ब्रेन एंड सैल वॉल एंड डिफरेंसिस बिटवीन दैम। अज आप करांगे नेक्स्ट टॉपिक्स दैट इज साइटोप्लाज्म एंड सैल ऑर्गेनेलिस विच आर प्रेजेंट इन द साइटोप्लाज्म। Firstly, just a brief information about cytoplasm. What it is? Cytoplasm की है? It is a semi-liquid substance which is present inside the cell membrane. It occupies most part of the cell. Within the cell membrane, under a compound microscope, it appears to be colorless. ਜਦੋਂ ਆਪਾਂ ਇੱਕ compound microscope ਦੇ अंडर एक ਸਲਾਈਡ ਬਣਾ ਕੇ ਕਿਸੇ ਵੀ ਸੈੱਲ ਦੀ ਦੇਖਦੇ ਹਾਂ ਤਾਂ ਸਾਈਟੋਪਲਾਜ਼ਮ ਸਾਨੂੰ ਇੱਕ ਜਸਟ ਵਾਟਰੀ ਲਿਕੁਇਡ ਸਬਸਟੈਂਸ ਲਾਈਕ ਵਿਜ਼ੀਬਲ ਹੁੰਦਾ ਹੈ, ਸਾਨੂੰ ਕਲਰਲੈਸ ਦਿਖਦਾ ਹੈ, ਥੋੜ੍ਹਾ ਜਿਹਾ ਪਾਰਟਲੀ ਟਰਾਂਸਪੇਰੈਂਟ ਹੁੰਦਾ ਹੈ ਅਤੇ ਸਮਵਟ ਸਾਨੂੰ ਵਾਟਰ ਲਾਈਕ ਇਹਦੀ ਅਪੀਅਰੈਂਸ ਮਿਲਦੀ ਹੈ। ਮੈਨੀ ਕੈਮੀਕਲ ਰਿਐਕਸ਼ਨਸ ਟੇਕ ਪਲੇਸ ਇਨ ਦ ਸਾਈਟੋਪਲਾਜ਼ਮ। ਸੈੱਲ ਦੇ ਅੰਦਰ ਜਿਹੜੇ ਜ਼ਿਆਦਾ ਮੈਟਾਬੋਲਿਕ ਐਕਟੀਵਿਟੀਜ਼ ਜਿੰਨੀਆਂ ਜ਼ਿਆਦਾ ਹੁੰਦੀਆਂ ਨੇ, ਮੋਸਟ ਆਫ ਦੈਮ ਅਕਰਸ ਓਨਲੀ ਇਨ ਦ ਸਾਈਟੋਪਲਾਜ਼ਮ and in the organelles present in them. Living cytoplasm is always in the state of somewhat movement. ਜਿਹੜਾ living cytoplasm ਹੁੰਦਾ ਹੈ, I mean ਜੋ living cell ਦੇ ਵਿੱਚ, live cell ਦੇ ਵਿੱਚ cytoplasm ਹੋਏਗਾ ਉਹ always stable position 'ਚ ਕਦੀ ਨਹੀਂ ਹੋਏਗਾ, ਉਹ always move ਕਰਦਾ ਰਹੇਗਾ। ਕੁਛ ਉਹਦੇ 'ਚ ਮੂਵਮੈਂਟਸ ਹੁੰਦੀਆਂ ਰਹੇਗੀਆਂ, ਲਾਈਕ ਜੋ ਵੀ ਉਹਦੇ 'ਚ ਔਰਗੇਨੈਲਿਜ਼ ਨੇ ਉਹ ਮੂਵ ਕਰਦੀਆਂ ਰਹਿਣਗੀਆਂ। ਨੈਕਸਟ ਕੀ ਹੈ? ਫੋਲੋਇੰਗ ਆਰ ਦ ਸੈਲ ਔਰਗੇਨੈਲਿਜ਼ ਇੰਬੈਡਡ ਇਨ ਦ ਸਾਈਟੋਪਲਾਜ਼ਮਸ। फस्ट सैल ऑर्गेनेलिस की होंदियां ने जो ऑर्गन्स ऑलरेडी हैव टोल्ड यू इन प्रीवियस लैक्चर। जो ऑर्गेनेलिस जो ऑर्गन्स लिटल ऑर्गन्स साइटोप्लाज्म के अंदर प्रेजेंट होंदे ने उन्होंने सब नूं सैल ऑर्गेनेलिस बोलते हैं, मीनस लिटल ऑर्गन्स ऑफ द सैल। फस्ट ऑर्गेनेली की है? एंडोप्लाज्मिक रेटिकुलम। ये मेनली दो टाइप्स का होंदा है, स्मूथ एंड रफ। फस्टली ਆਪਾਂ जनरल एंडोप्लाज्मिक रेटिकुलम के बारे स्टडी करांगे। इट इज़ सो फाइन इन स्ट्रक्चर, बहुत ज़्यादा फाइन स्ट्रक्चर होंदी है इहदी, दैट इट्स एग्जिस्टेंस इज़ रिवील्ड ओनली थ्रू एन इलैक्ट्रॉन माइक्रोस्कोप। मीनस ਇਹਨੂੰ ਨਾ ਤਾਂ ਆਪਾਂ ਸਿੰਪਲ ਮਾਈਕਰੋਸਕੋਪ ਦੇ ਅੰਡਰ ਇਹਨੂੰ ਸਟੱਡੀ ਕਰ ਸਕਦੇ ਹਾਂ, ਨਾ ਇਹਦੀ ਸਟਰਕਚਰ ਜਿਹੜੀ ਸਾਨੂੰ ਕੰਪਾਊਂਡ ਮਾਈਕਰੋਸਕੋਪ ਦੇ ਅੰਡਰ ਰਿਵੀਲ ਹੁੰਦੀ ਹੈ। ਜਸਟ ਇੱਕ ਇਲੈਕਟ੍ਰੋਨ ਮਾਈਕਰੋਸਕੋਪ ਦੇ ਨਾਲ ਹੀ ਆਪਾਂ ਇਹਦੀ ਸਟੱਡੀ ਕਰ ਸਕਦੇ ਹਾਂ, ਬਿਕਾਜ਼ ਇਹਦੀ ਸਟਰਕਚਰ ਬਹੁਤ ਜ਼ਿਆਦਾ ਫਾਈਨ ਹੁੰਦੀ ਹੈ, ਬਹੁਤ ਕੰਪਲੈਕਸ ਹੁੰਦੀ ਹੈ। ਇਟ ਇਜ਼ ਐਨ ਇਰਰੈਗੂਲਰ network of double membranes distributed over the entire cytoplasm in a cell। ਇੱਕ ਇਹਦੀ ਇਰਰੈਗੂਲਰ ਨੈਟਵਰਕ ਹੁੰਦਾ ਹੈ ਡਬਲ ਮੈਂਬਰੇਨਸ ਦਾ। ਦੋ ਮੈਂਬਰੇਨਸ ਹੁੰਦੀਆਂ ਨੇ ਜਿਹੜੀਆਂ ਕਿ ਡਿਸਟਰੀਬਿਊਟ ਹੋਈਆਂ ਹੁੰਦੀਆਂ ਨੇ ਪੂਰੇ ਸਾਈਟੋਪਲਾਜ਼ਮ ਆਫ ਦ ਸੈੱਲ ਦੇ ਵਿੱਚ। ਐਟ ਇਟਸ ਆਊਟਰ ਐਂਡ ਐਂਡੋਪਲਾਜ਼ਮਿਕ ਰੈਟੀਕੂਲਮ ਇਜ਼ ਕਨੈਕਟਡ ਵਿਦ ਦ ਸੈੱਲ ਮੈਂਬਰੇਨ। ਜਿੱਥੇ ਇਹਦੀ ਦੋ ਐਂਡ ਹੋਣਗੇ, ਲਾਈਕ ਜਿੱਥੇ ਇਹਦੇ ਆਊਟਰ ਐਂਡ ਹੋਏਗਾ ਉਧਰਲੀ ਸਾਈਡ ਕੀ ਹੋਏਗੀ? ਸੈੱਲ ਮੈਂਬਰੇਨ। ਜਿੱਧਰ ਇਹਦਾ ਇਨਰ ਐਂਡ ਹੋਏਗਾ ਉਧਰਲੀ ਸਾਈਡ ਕੀ ਹੋਏਗਾ? ਨਿਊਕਲੀਅਸ। ਨੈਕਸਟ ਆਪਾਂ ਰੀਡ ਕਰਦੇ ਹਾਂ। ਐਟ ਇਟਸ ਇਨਰ ਐਂਡ ਇਟ ਇਜ਼ ਕਨੈਕਟਡ ਵਿਦ ਦ ਨਿਊਕਲੀਅਰ ਮੈਂਬਰੇਨ। ਜਿਵੇਂ ਕਿ ਇੱਥੇ ਵਿਜ਼ੀਬਲ ਹੀ ਹੈ, ਆ ਇਹਦਾ ਆਊਟਰ ਐਂਡ ਜਾ ਰਿਹਾ ਐਂਡੋਪਲਾਜ਼ਮਿਕ ਰੈਟੀਕੂਲਮ, ਇੱਥੇ ਤਾਂ ਐਂਡ ਇਹਦਾ ਇਨਰ ਐਂਡ ਇਹਦੇ ਨਾਲ ਨਿਊਕਲੀਅਸ ਦੇ ਨਾਲ ਅਟੈਚ ਹੋ ਰਿਹਾ, ਇੱਥੇ ਆ ਕੇ ਆਊਟਰ ਐਂਡ ਇਹਦਾ ਸੈੱਲ ਮੈਂਬਰੇਨ ਦੇ ਨਾਲ ਅਟੈਚ ਹੋ ਜਾਏਗਾ। ਨੈਕਸਟ, ਇਟ ਅਪੀਅਰਸ ਰਫ ਵੈਨ ਦ ਪਾਰਟੀਕਲਸ ਲਾਈਕ ਰਾਈਬੋਸੋਮਸ ਆਰ ਅਟੈਚ ਟੂ ਇਟ। ਆ ਜਿਹੜੇ ਛੋਟੇ ਛੋਟੇ ਸਾਨੂੰ ਇੱਕ ਡੋਟਸ ਲਾਈਕ ਅਪੀਅਰੈਂਸ ਦਿਖ ਰਹੀਆਂ ਨੇ, ਇਹ ਜੋ ਨੇ ਇਹ ਕੀ ਹੈ? ਇਹ ਕੁਛ ਪਾਰਟੀਕਲਸ ਹੁੰਦੇ ਨੇ, ਲਾਈਕ ਇਹਨਾਂ ਦਾ ਨੇਮ ਹੈ ਰਾਈਬੋਸੋਮਸ। ਜਦੋਂ ਰਾਈਬੋਸੋਮਸ ਆ ਕੇ ਐਂਡੋਪਲਾਜ਼ਮਿਕ ਰੈਟੀਕੂਲਮ ਦੇ ਨਾਲ ਅਟੈਚ ਹੋ ਜਾਂਦੇ ਨੇ ਤਾਂ ਇਹਨੂੰ ਇੱਕ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਨਾਮ ਦਿੱਤਾ ਜਾਂਦਾ ਹੈ। ਅਤੇ ਬਿਨਾਂ ਰਾਈਬੋਸੋਮਸ ਤੋਂ ਜਿਹੜਾ ਇੱਕ ਐਂਡੋਪਲਾਜ਼ਮਿਕ ਰੈਟੀਕੂਲਮ ਹੁੰਦਾ ਹੈ ਉਹਨੂੰ ਸਮੂਥ ਬੋਲਿਆ ਜਾਂਦਾ। ਮੀਨਸ ਇੱਕ ਨੋਰਮਲ ਜਿਹੇ ਵੇ ਨਾਲ ਦੇਖ ਲੈਂਦੇ ਕਿ ਇਹ ਦੇਖਣ 'ਚ ਹੀ ਸਾਨੂੰ ਰਫ ਲੱਗ ਰਿਹਾ ਹੈ, ਸਮੂਥ, ਇਹਦੀ ਵਿਜ਼ੀਬਿਲਿਟੀ ਸਮੂਥ ਹੈ ਬਿਲਕੁਲ। ਨੈਕਸਟ, ਇਟ ਫੋਰਮਸ ਦ ਸਪੋਰਟਿੰਗ ਫਰੇਮਵਰਕ ऑफ द सैल। सैल का की है जोड़ा बहुत वड्डी एक्सपोर्ट वा फ्रेमवर्क जो बनाता है वो एक ER ही एंडोप्लाज्मिक रेटिकुलम ही बनाता है, एंड ऑल्सो सर्व्स एज अ पाथवे फॉर द डिस्ट्रीब्यूशन ऑफ मटीरियल्स फ्रॉम वन पार्ट ऑफ द सैल टू द अदर।
ਮੀਨਸ ਆਪਾਂ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਨਿਊਕਲੀਅਸ ਤੋਂ ਲੈ ਕੇ ਜਿਹੜਾ ਸੈੱਲ ਮੈਂਬਰੇਨ ਤੱਕ ਅਟੈਚ ਹੋਏਗਾ, ਮੀਨਸ ਉਹ ਪੂਰੇ ਇੰਟਾਇਰ ਸਾਈਟੋਪਲਾਜ਼ਮ ਦੇ ਵਿੱਚ ਡਿਸਟਰੀਬਿਊਟ ਹੋ ਚੁੱਕਾ ਹੈ। ਇਸ ਕਰਕੇ ਇਹਦੀ ਇੰਨੀ ਜ਼ਿਆਦਾ ਡਿਸਟਰੀਬਿਊਸ਼ਨ ਹੋਣ ਦੀ ਵਜ੍ਹਾ ਕਰਕੇ ਇੱਕ ਇਹਨੂੰ ਮੇਨ ਪਾਥਵੇ ਮੰਨਿਆ ਜਾਂਦਾ ਫॉर द distribution of material from one part of the cell to the others। नेक्स्ट ऑर्गेनेली की है राइबोसोम्स, द साइट ऑफ प्रोटीन सिंसिस। मेनली प्रोटीन की जिहड़ी सिंसिस है फॉर्मेशन है वो कित्थे हुंदी है, राइबोसोम्स इन द साइटोप्लाज्म ऑफ द सेल। राइबोसोम्स आर small granules either scattered freely in the cytoplasm or attached to the membranes of endoplasmic reticulum। ऑलरेडी मैं तुहानूं दस्सिया जिवें कि आ सारे रफ एंडोप्लाज्मिक रेटिकुलम है, इहदे उपर जो भी है डॉट्स लाइक स्ट्रक्चर्स अटैच होईयां ने इन्हां नूं असीं राइबोसोम्स ही बोलदे हां। ये फ्रीली पूरे साइटोप्लाज्म दे विच भी स्कैटर हो सकदियां ने और इहदे एंडोप्लाज्मिक रेटिकुलम दे विच भी फ्रीली साइटोप्लाज्म दे विच भी हो सकदियां ने ते एंडोप्लाज्मिक रेटिकुलम दे नाल भी अटैच हो सकदियां ने। इन्हां दे विच राइबोसोम्स दे अंदर ही साडी सारी प्रोटीन्स दी सिंसिस हुंदी है। दीज आर द फैक्टरीज फॉर सिंसिस ऑफ प्रोटीन्स। एज ऑलरेडी टोल्ड यू कि ये प्रोटीन दी सिंसिस दे लई मेन सोर्स है, इस करके इन्हां नूं फैक्टरीज ऑफ सिंसिस ऑफ प्रोटीन्स मन्निया जांदा है। नैक्सट माइटोकॉन्ड्रिया। माइटोकॉन्ड्रिया इज ऑल्सो वन ऑफ द मोस्ट इंपॉर्टेंट सेल ऑर्गेनेलिस in animal cell as well as in other cells also। ਮਾਈਟੋਕੌਂਡਰੀਆ ਮੇਨਲੀ ਇਹਨੂੰ ਅਸੀਂ ਪਾਵਰ ਹਾਊਸ ਵੀ ਬੋਲ ਸਕਦੇ ਹਾਂ। ਪਾਵਰ ਹਾਊਸ ਕਿਉਂ ਬੋਲ ਸਕਦੇ ਹਾਂ, ਕਿਉਂਕਿ ਬਹੁਤ ਜ਼ਿਆਦਾ ਸਾਡੀ ਜਿਹੜੀ એનર્ਜੀ ਫਾਰਮ ਹੁੰਦੀ ਹੈ, એનર્ਜੀ ਰਿਲੀਜ਼ ਹੁੰਦੀ ਹੈ ਇਨ ਦ ਫਾਰਮ ਆਫ ATP, ਉਹ ਜਿਹੜੀ ਆ ਮਾਈਟੋਕੌਂਡਰੀਆ ਦੇ ਵਿੱਚੋਂ ਹੀ ਸਿੰਥਸਿਸ ਹੁੰਦੀ ਹੈ। ਇਹਦੇ ਰਿਗਾਰਡਿੰਗ ਆਪਾਂ ਸਟੱਡੀ ਕਰਦੇ ਹਾਂ। ਤਾਂ ਮਾਈਟੋਕੌਂਡਰੀਆ ਸਿੰਗਲ प्लूरल नूं बोलते हैं लास्ट च ए तो, और सिंगल नूं माइटोकॉन्ड्रियन बोलते हैं। मीनस ION जिहदे च होएगा वो सिंगुलर है, प्लूरल दे विच लास्ट च IA होएगा। माइटोकॉन्ड्रिया आर सिफेरिकल रॉड शेप्ड और थ्रैड लाइक बॉडीज। सिफेरिकल भी हो सकते हैं, रॉड शेप सिफेरिकल भी हो सकते हैं, जिमें सिफेरिकल भी हो सकते हैं, रॉड शेप्ड भी हो सकते हैं या थ्रैड लाइक भी हो सकते हैं, कोई भी शेप हो सकती है इन्हां दी। These are minute double-walled bags with their inner walls produced into finger-like process projecting inwards called cristae। ਹੁਣ ਆਪਾਂ ਇੱਥੇ ਦੇਖਦੇ ਹਾਂ ਮਾਈਟੋਕੌਂਡਰੀਆ ਏਰੀਆ। दिस one ਇਹਦੇ ਆਊਟਰ ਸਰਫੇਸ ਤੇ ਵੀ ਸਾਨੂੰ ਇੱਕ ਵਾਲ ਦਿਖ ਰਹੀ ਹੈ ਤੇ ਅੰਦਰ ਇਨਰ ਸਰਫੇਸ 'ਚ ਸਾਨੂੰ ਇੱਦਾਂ ਦੀ ਸਟਰਕਚਰ ਮਿਲੇਗੀ ਕੁਛ। ਇਹ ਜੋ ਅੰਦਰ ਇਨਵਰਡ ਪ੍ਰੋਜੈਕਸ਼ਨਸ मूव कर रही ने इन्हां नूं असीं क्रिस्टे बोलते हैं। इन्हां दे अंदर ही साडी ATP दी सिंसिस होएगी। माइटोकॉन्ड्रिया आर द साइट्स वेयर रेस्पिरेशन अकर्स टू रिलीज एनर्जी। सैल दे अंदर जिहड़ी रेस्पिरेशन हुंदी है वो मेनली माइटोकॉन्ड्रिया दे अंदर हुंदी है, क्योंकि सैल ने एनर्जी रिलीज करनी हुंदी है विद द हेल्प ऑफ सैल रेस्पिरेशन। दिस एनर्जी इज स्टोर्ड इन द फॉर्म ऑफ एन एनर्जी रिच कंपाउंड ATP। एनर्जी रिच कंपाउंड ATP ਦੀ ਫਾਰਮ ਦੇ ਵਿੱਚ ਜਾ ਕੇ ਸਟੋਰ ਹੁੰਦੀ ਹੈ એનર્ਜੀ, ਜਿਹਨੂੰ ਅਸੀਂ ਐਡੀਨੋਸਾਈਨ ਟ੍ਰਾਈਫਾਸਫੇਟ ਬੋਲਦੇ ਹਾਂ, ਐਂਡ ਇਜ਼ ਯੂਜ਼ਡ ਇਨ ਦ ਵੇਰੀਅਸ ਮੈਟਾਬੋਲਿਕ ਫੰਕਸ਼ਨਸ ਆਫ ਦ ਸੈਲ ਔਰ ਇਨ ਦ ਬੋਡੀ। ਜੋ ਸਾਡੀ ਬੋਡੀ ਦੇ ਵਿੱਚ એનર્ਜੀ ਅਸੀਂ ਯੂਜ਼ ਕਰਦੇ ਹਾਂ ਜਿਹੜੀ ਸਟੋਰ ਕਿਸ ਫਾਰਮ 'ਚ ਹੁੰਦੀ ਹੈ, ATP ਦੀ ਫਾਰਮ ਦੇ ਵਿੱਚ ਮਾਈਟੋਕੌਂਡਰੀਆ ਦੇ ਵਿੱਚ ਸਟੋਰ ਹੋਈ ਪਈ ਹੁੰਦੀ ਹੈ, ਇਸ ਕਰਕੇ ਇਹਨੂੰ ਪਾਵਰ ਹਾਊਸ ਆਫ ਦ ਸੈਲ ਬੋਲਦੇ ਹਾਂ। ਨੈਕਸਟ ਇਜ਼ ਗੋਲਜੀ ਆਪਰੇਟਸ। ਇਟ ਇਜ਼ ਆਲਸੋ ਐਨ ਇੰਪੋਰਟੈਂਟ organelle which serves many functions for the human being or for the metabolism of our life। Golgi apparatus, the delivery system of the cell। Golgi apparatus occurs in the form of granules, filaments or rods। Granules ਦੀ form ਚ, filaments ਦੀ form ਚ और rods ਦੀ form ਦੇ ਵਿੱਚ ਇਹਦੀ projections ਹੁੰਦੀਆਂ ਨੇ are supposed to be originated from the ER। ਇਹ ਵੀ ਕੀ ਆ, ਇਹਦਾ ओरिजिनेशन कित्थों हुंदी है, एंडोप्लाज्मिक रेटिकुलम तो ही हुंदी है। दिस वन इज़ गोल्जी अपरेटस। गोल्जी अपरेटस भी बोल सकते हैं, गोल्जी बॉडी भी बोल सकते हैं। गोल्जी बॉडी ऑलवेज नियर बाय न्यूक्लियस ही होएगी, ज़्यादा अवे नहीं होएगी। न्यूक्लियस मीनस सैल मैंबरेन दे नियर बाय नहीं हुंदी, मेनली न्यूक्लियस दे आस पास ही होएगी। नैक्सट they are very small vesicles of different shapes and are generally located
ਨੀਅਰ ਦਾ ਨਿਊਕਲੀਅਸ ਆਲਰੇਡੀ ਟੋਲਡ ਯੂ ਕਿ ਇਹ ਬਹੁਤ ਸਾਰੇ ਡਿਫਰੈਂਟ ਸ਼ੇਪਸ ਦੇ ਹੁੰਦੇ ਆ ਅਤੇ ਜਨਰਲੀ ਨੋਰਮਲ ਵੇ ਦੇ ਵਿੱਚ ਸਿਰਫ ਨਿਊਕਲੀਅਸ ਦੇ ਨੀਅਰ ਬਾਏ ਹੀ ਇਹਨਾਂ ਦੀ ਲੋਕੇਸ਼ਨ ਹੁੰਦੀ ਹੈ। ਦ ਗੋਲਜੀ apparatus consist of many small groups of hollow tubular structures with numerous walls and is associated with some minute vesicles or vacuoles। ਗੋਲਜੀ apparatus ਦੇ ਨੀਅਰ ਬਾਏ ਬਹੁਤ ਸਾਰੇ ਹੋਰ ਸਟਰਕਚਰਸ ਨੇ ਜੋ ਐਸੋਸੀਏਟਡ ਹੁੰਦੀਆਂ ਨੇ। ਉਹਨਾਂ ਨੂੰ ਕੀ ਵੈਸੀਕਲਸ ਵੀ ਬੋਲ ਸਕਦੇ ਹਾਂ, ਵੈਕਿਊਲਸ ਵੀ ਬੋਲ ਸਕਦੇ ਹਾਂ। ਇਟ ਇਜ਼ ਕੰਸਰਨਡ ਵਿਦ ਦ ਸਿਕਰੀਸ਼ਨਸ ਆਫ ਦ ਸੈੱਲ। ਜਿਹੜਾ ਗੋਲਜੀ apparatus ਹੈ ਮੇਨਲੀ ਇਹ ਕਿਹਦੇ ਨਾਲ ਕੰਸਰਨਡ ਹੁੰਦਾ ਹੈ, ਸਿਕਰੀਸ਼ਨਸ ਆਫ ਦ ਸੈੱਲ ਇਨਕਲੂਡਿੰਗ ਐਂਜ਼ਾਈਮਸ, ਹਾਰਮੋਨਸ ਐਟਸੈਟਰਾ। ਐਂਜ਼ਾਈਮਸ ਵੀ ਇਹਨੇ ਸਿਕਰੀਟ ਕਰਨੇ ਹੁੰਦੇ ਨੇ ਅਤੇ ਹਾਰਮੋਨਸ ਵੀ। ਫਿਫਥ ਵਨ ਕੀ ਹੈ, ਲਾਈਜ਼ੋਜ਼ੋਮਸ। ਦ ਇੰਟਰਾਸੈਲੂਲਰ ਡਾਈਜੈਸਟਿਵ ਸਿਸਟਮ। ਸੈੱਲ ਇੰਟਰਾਸੈਲੂਲਰ ਮੀਨਸ ਸੈੱਲ ਦੇ ਅੰਦਰ ਜੋ ਡਾਈਜੈਸ਼ਨ ਚੱਲ ਰਹੀ ਹੈ ਉਹ ਮੇਨਲੀ ਲਾਈਜ਼ੋਜ਼ੋਮਸ ਦੀ ਵਜ੍ਹਾ ਕਰਕੇ ਹੋ ਰਹੀ ਹੈ। Lysosomes are very small vesicles of different shapes containing some digestive enzymes। enzymes mainly ਸਾਡੀ digestion 'ਚ ਹੀ ਹੈਲਪ ਕਰਦੇ ਨੇ। ਤਾਂ ਕੀ ਆ ਇਹ small vesicles ਹੁੰਦੇ ਨੇ lysosomes। ਇਹਨਾਂ ਦੀ ਕੀ ਆ different shapes ਹੁੰਦੀ ਹੈ। ਇਹਨਾਂ ਦੇ ਵਿੱਚ ਬਹੁਤ ਸਾਰੇ digestive enzymes ਹੁੰਦੇ ਨੇ। these enzymes destroy or digest foreign substances around them। ਸੈੱਲ ਦੇ ਅੰਦਰ ਕੋਈ ਵੀ ਫੋਰਨ ਪਾਰਟੀਕਲ ਅਗਰ ਇਨਵੇਡ ਕਰਦਾ ਹੈ ਤਾਂ ਉਹਨੂੰ ਕੀ ਹੈ ਜਾਂ ਤਾਂ ਡਿਸਟਰੋਏ ਕਰ ਦੇਣਗੇ ਜਾਂ ਇਨਗਲਫ ਕਰਕੇ ਡਾਈਜੈਸਟ ਕਰ ਦਿੰਦੇ ਨੇ। ਦੇ ਡਾਈਜੈਸਟ ਦਾ ਸਟੋਰਡ ਫੂਡ ਡਿਊਰਿੰਗ ਸਟਾਰਵੇਸ਼ਨ ਆਫ ਦ ਸੈੱਲ। ਅਗਰ ਸੈੱਲ ਨੂੰ ਕੋਈ ਖੁਦ ਇਮੈਜਿਨ ਅਸੀਂ ਖੁਦ ਸਟਾਰਵੇਸ਼ਨ 'ਤੇ ਹਾਂ ਜਾਂ ਫਾਸਟਿੰਗ 'ਤੇ ਹਾਂ ਤਾਂ ਸੈੱਲ ਨੂੰ ਅਗਰ ਨਹੀਂ ਵੀ ਕੋਈ ਫੂਡ ਮਿਲ ਰਿਹਾ ਤਾਂ ਕੀ ਆ, ਦੇ ਡਾਈਜੈਸਟ ਦਾ ਸਟੋਰਡ ਫੂਡ ਜੋ ਆਲਰੇਡੀ ਸੈੱਲ ਦੇ ਅੰਦਰ ਸਾਡਾ ਸਟੋਰਡ ਫੂਡ ਹੈ ਉਹਨੂੰ ਡਾਈਜੈਸਟ ਕਰਕੇ ਮੈਟਾਬੋਲਿਕ ਐਕਟੀਵਿਟੀਜ਼ ਨੂੰ ਕੰਟੀਨਿਊ ਰੱਖਦੇ ਨੇ। ਮੈਨੀ ਡੈਮੇਜਡ ਸੈੱਲਸ ਆਰ ਰੈਪਿਡਲੀ ਡਿਸਟਰੋਏ ਔਰ ਡਿਜ਼ੋਲਵਡ ਬਾਈ ਦੇਅਰ ਓਨ ਲਾਈਜ਼ੋਸੋਮਸ। ਬਹੁਤ ਸਾਰੇ ਜਿਹੜੇ ਸੈੱਲਸ ਨੇ ਸਾਡੀ ਵੀਅਰ ਐਂਡ ਟੀਅਰ ਦੇ ਪ੍ਰੋਸੈਸ ਦੇ ਟਾਈਮ ਜਾਂ ਲਾਈਫ ਦੇ ਹੋਰ ਬਹੁਤ ਪ੍ਰੋਸੈਸਿਸ ਹੁੰਦੇ ਨੇ ਜਾਂ ਕੋਈ ਵੂੰਡ ਦੇ ਵਜ੍ਹਾ ਕਰਕੇ ਵੀਅਰ ਐਂਡ ਟੀਅਰ ਜਾਂ ਡੈਮੇਜ ਹੋ ਜਾਂਦੇ ਨੇ ਜੋ ਸੈੱਲਸ ਉਹ ਰੈਪਿਡਲੀ ਡਿਸਟਰੋਏ ਹੋ ਜਾਂਦੇ ਨੇ ਜਾਂ ਕੁਛ ਹੋਰ ਬਹੁਤ ਜਲਦੀ ਡਿਸਟਰੋਏ ਹੋ ਕੇ ਡਿਜ਼ੋਲਵ ਹੋ ਜਾਂਦੇ ਨੇ ਕੁਛ ਸੈੱਲਸ ਦੇ ਆਪਣੇ ਲਾਈਜ਼ੋਸੋਮਸ ਦੀ ਵਜ੍ਹਾ ਕਰਕੇ। ਸੋ ਇਸ ਕਰਕੇ ਜੋ ਲਾਈਜ਼ੋਸੋਮਸ ਖੁਦ ਜਿਹੜੇ ਸੈੱਲ ਦੇ ਅੰਦਰ ਹੈ ਜਦੋਂ ਉਹਨੂੰ ਹੀ ਡੈਮੇਜ ਕਰਕੇ ਡਿਸਟਰੋਏ ਕਰ ਦੇਵੇ ਤਾਂ ਇਸ ਕਰਕੇ ਉਹਨੂੰ ਸੁਸਾਈਡ ਵੈਗਸ ਵੀ ਬੋਲਦੇ ਆ। next sixth one है centrosomes or centrioles। centrosome is found only in an animal cell। this is just a specific characteristics we can say कि एक सेंट्रोजोम जो है वो सिर्फ एनिमल सेल के अंदर ही होएगा। प्लांट सेल हैज नो सेंट्रोजोम। इट इज अ क्लियर एरिया ऑफ साइटोप्लाज्म क्लोज टू अ न्यूक्लियस। ਇਹ ਇੱਕ ਕਲੀਅਰ ਏਰੀਆ ਹੁੰਦਾ ਹੈ ਸਾਈਟੋਪਲਾਜ਼ਮ ਦਾ ਵਿਚ ਇਜ਼ ਕਲੋਜ਼ ਟੂ ਦਾ ਨਿਊਕਲੀਅਸ from which spindle fibers develop during the cell division both in mitosis or meiosis। mitosis या meiosis कोई भी process हो रहा है cell division ਦਾ ਈਦਰ ਮਿਓਸਿਸ ਔਰ ਮਾਈਟੋਸਿਸ ਦੋਨਾਂ ਦੇ ਵਿੱਚ ਜਦੋਂ ਸਪਿੰਡਲ ਫਾਈਬਰਸ ਦੀ ਪ੍ਰੋਜੈਕਸ਼ਨਸ ਸਟਾਰਟ ਹੁੰਦੀਆਂ ਨੇ ਸਪਿੰਡਲ ਫਾਈਬਰ ਬਣਨੇ ਸ਼ੁਰੂ ਹੁੰਦੇ ਨੇ ਸਟੇਜ ਦੇ ਵਿੱਚ ਤਾਂ ਉਹਦੇ ਵਿੱਚ ਕੀ ਹੈ ਸਪਿੰਡਲ ਫਾਈਬਰਸ ਬਣਨ ਤੋਂ ਬਾਅਦ ਜਦੋਂ ਬਣਨੇ ਸ਼ੁਰੂ ਹੁੰਦੇ ਨੇ ਤਾਂ ਉਹਦੇ ਵਿੱਚ ਇੱਕ ਜਿਹੜੀ ਕਲੀਅਰ ਏਰੀਆ ਸਾਨੂੰ ਸਾਈਟੋਪਲਾਜ਼ਮ ਦਾ ਦਿਖਦਾ ਹੈ ਉਹਨੂੰ ਕੀ ਕਹਿੰਦੇ ਨੇ ਸੈਂਟਰੋਜ਼ੋਮਸ ਹੀ ਬੋਲਦੇ ਨੇ ਜੋ ਅਸੀਂ ਸੈੱਲ ਡਿਵੀਜ਼ਨ ਦੇ ਚੈਪਟਰ ਦੇ ਵਿੱਚ ਕਲੀਅਰਲੀ ਪੜ੍ਹ ਲਾਂਗੇ। Centrosomes contain two centrioles which are short bundles of microfilaments। बहुत सारे thin microfilaments ਹੁੰਦੇ ਨੇ ਬਹੁਤ minute ਹੁੰਦੇ ਨੇ centrosomes ਉਹਨਾਂ ਦੇ ਵਿੱਚ ਦੋ centrioles ਹੁੰਦੇ ਨੇ ਜਿਨ੍ਹਾਂ ਦੇ ਵਿੱਚ short bundles ਹੁੰਦੇ ਨੇ ਬਹੁਤ ਸਾਰੇ thin microfilaments they arranged at right angles to each other। ਇੱਕ ਦੂਸਰੇ ਦੇ ਰਾਈਟ ਐਂਗਲ ਦੇ ਉੱਤੇ ਅਰੇਂਜ ਹੋਏ ਹੁੰਦੇ ਨੇ ਇਹਨਾਂ ਦੀ ਅਰੇਂਜਮੈਂਟ ਹੀ ਕੁਝ ਇਸ ਵੇ ਨਾਲ ਹੁੰਦੀ ਹੈ ਕਿ ਇੱਕ ਦੂਸਰੇ ਦੇ ਅਗੇਂਸਟ ਰਾਈਟ ਐਂਗਲ 'ਚ ਪਏ ਹੋਣਗੇ ਇਨ ਅ ਮਾਈਕਰੋਸਕੋਪਿਕ ਵਿਊ ਆਫ ਸੈੱਲ। ਜਦੋਂ ਅਸੀਂ ਇੱਕ ਸੈੱਲ ਨੂੰ ਮਾਈਕਰੋਸਕੋਪ ਦੇ ਅੰਡਰ ਵਿਜ਼ੀਬਲ ਕਰਦੇ ਹਾਂ ਦੇ ਆਰ ਨੋ centrosome and centrioles there are no centrosome or centrioles in the plant as already told you centrosomes are only present in animal cell। सो स्टूडेंट्स आज ये टॉपिक सी जस्ट 6 ऑर्गेनेलिस ऑफ अ लिविंग सेल। अगर कोई भी क्वेरीज होए या कोई भी डाउट्स हो यू कैन आस्क एनी टाइम और यू कैन कमेंट बिलो दिस वीडियो। थैंक्स फॉर वॉचिंग दिस वीडियो।